ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ। ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੇਸ਼ਾਨ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਡੋਨਾਲਡ ਟਰੰਪ ਨੇ ਵਿਦੇਸ਼ੀ ਗ੍ਰੈਜੂਏਟਾਂ ਲਈ US ਗ੍ਰੀਨ ਕਾਰਡ ਦਾ ਕੀਤਾ ਵਾਅਦਾ। ਅਮਰੀਕੀ ਹਥਿਆਰਾਂ ਦੇ ਨਾਲ ਹੁਣ ਰੂਸ ਨੂੰ ਕਿਤੇ ਵੀ ਨਿਸ਼ਾਨਾ ਬਣਾ ਸਕੇਗਾ ਯੂਕਰੇਨ। ਅਮਰੀਕਾ ਸਮੇਤ ਭਿਆਨਕ ਗਰਮੀ ਦੇ ਨਾਲ ਜੂਝ ਰਹੇ ਨੇ ਦੁਨੀਆ ਦੇ ਕਈ ਦੇਸ਼। ਡਾਕਟਰ ਅਬਰੋਏ ਦੇ ਯਤਨਾਂ ਸਦਕਾ 26 ਸਾਲ ਦਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ। ਅਮਰੀਕਾ ਦੇ ਦੱਖਣੀ ਅਰਕਾਨਸਾਸ 'ਚ ਕਰਿਆਨੇ ਦੀ ਦੁਕਾਨ ਤੇ ਗੋਲੀਬਾਰੀ, 2 ਦੀ ਹੋਈ ਮੌਤ ਤੇ 8 ਜ਼ਖਮੀ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ਤੋਂ ਪਹਿਲਾਂ ਇੱਕ ਚੌਂਕਾਉਣ ਵਾਲਾ ਫੈਸਲਾ ਕੀਤਾ ਹੈ। ਟਰੰਪ ਨੇ ਕਿਹਾ ਹੈ ਕਿ ਜੋ ਵਿਦੇਸ਼ੀ ਵਿਦਿਆਰਥੀ ਅਮਰੀਕੀ ਕਾਲਜਾਂ ਤੋਂ ਗ੍ਰੈਜੂਏਸ਼ਨ ਕਰ ਰਹੇ ਹਨ, ਉਹਨਾਂ ਨੂੰ ਅਮਰੀਕਾ 'ਚ ਰਹਿਣ ਅਤੇ ਕੰਮ ਕਰਨ ਦੇ ਲਈ ਗ੍ਰੀਨ ਕਾਰਡ ਮਿਲ ਜਾਣਾ ਚਾਹੀਦਾ ਹੈ। ਦੱਸ ਦਈਏ ਕਿ ਇਸ ਵਿੱਚ ਜੂਨੀਅਰ ਕਾਲਜ ਵੀ ਸ਼ਾਮਲ ਹਨ। ਇਹ ਬਿਆਨ ਟਰੰਪ ਨੇ ਸ਼ੁੱਕਰਵਾਰ ਨੂੰ ਪ੍ਰਸਾਰਿਤ ਡੇਵਿਡ ਸਾਕਸ ਦੁਆਰਾ ਨਿਵੇਸ਼ਕਾਂ ਅਤੇ ਤਕਨੀਕੀ ਨਿਵੇਸ਼ਕਾਂ ਨੂੰ ਇੱਕ ਇੰਟਰਵਿਊ 'ਚ ਦਿੱਤਾ ਹੈ। ਟਰੰਪ ਨੇ ਪੋਡਕਾਸਟ ਦੇ ਵਿੱਚ ਕਿਹਾ ਹੈ ਕਿ ਅਮਰੀਕਾ ਨੂੰ ਉੱਚ ਯੋਗਤਾ ਵਾਲੇ ਲੋਕਾਂ ਨੂੰ ਇੱਥੇ ਰੋਕਣ ਦੀ ਲੋੜ ਹੈ। ਉਹਨਾਂ ਨੇ ਕਿਹਾ ਜੋ ਲੋਕ ਦੇਸ਼ 'ਚ ਰੁਕਣਾ ਚਾਹੁੰਦੇ ਹਨ ਅਤੇ ਉਹਨਾਂ ਦੇ ਕੋਲ ਕੋਈ ਚੰਗੀ ਪਲੈਨਿੰਗ ਹੈ ਜਿਸ ਨਾਲ ਦੇਸ਼ ਨੂੰ ਲਾਭ ਹੋ ਸਕਦਾ ਹੈ ਤਾਂ ਉਹਨਾਂ ਨੂੰ ਇੱਥੇ ਰੋਕਣਾ ਚਾਹੀਦਾ ਹੈ। ਟਰੰਪ ਨੇ ਵੀ ਕਿਹਾ ਕਿ ਉਹ ਅਜਿਹੀਆਂ ਕਈ ਕਹਾਣੀਆਂ ਜਾਣਦੇ ਹਨ ਜਿੱਥੇ ਕਈ ਲੋਕਾਂ ਨੇ ਅਮਰੀਕਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਲੈ ਲਈ ਹੈ ਅਤੇ ਉਹਨਾਂ ਦੇ ਕੋਲ ਵਧੀਆ ਵਪਾਰ ਆਈਡੀਆ ਵੀ ਸੀ, ਪਰ ਉਹ ਗ੍ਰੀਨ ਕਾਰਡ ਨਾ ਹੋਣ ਕਰਕੇ ਦੇਸ਼ ਵਿੱਚ ਨਹੀਂ ਰਹਿ ਸਕੇ। ਉਹਨਾਂ ਨੇ ਵਾਅਦਾ ਕੀਤਾ ਹੈ ਜੇਕਰ ਉਹ ਰਾਸ਼ਟਰਪਤੀ ਬਣਦੇ ਹਨ ਤਾਂ ਆਪਣੀ ਇਸ ਗੱਲ ਨੂੰ ਸੱਚ ਸਾਬਤ ਕਰਨਗੇ। ਜੇਕਰ ਟਰੰਪ ਆਪ ਦਾ ਵਾਅਦਾ ਪੂਰਾ ਕਰਦਾ ਹੈ ਤਾਂ ਇਹ ਸਭ ਤੋਂ ਵੱਧ ਲਾਭ ਭਾਰਤੀ ਵਿਦਿਆਰਥੀਆਂ ਨੂੰ ਹੋਵੇਗਾ ਜੋ ਲੱਖਾਂ ਦੀ ਤਾਦਾਦ ਵਿੱਚ ਅਮਰੀਕਾ 'ਚ ਪੜ੍ਹਾਈ ਕਰ ਰਹੇ ਹਨ। ਦੱਸ ਦਈਏ ਕਿ ਟਰੰਪ ਦਾ ਜਦੋਂ ਇਹ ਬਿਆਨ ਉਸ ਸਮੇਂ ਵਿੱਚ ਆਇਆ ਹੈ ਜਦ ਬਾਈਡਨ ਸਰਕਾਰ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਜੁੜੀ ਇੱਕ ਨਵੀਂ ਨੀਤੀ ਦੀ ਘੋਸ਼ਣਾ ਕੀਤੀ ਹੈ। ਵਾਈਟ ਹਾਊਸ ਦੇ ਨਾਲ ਹੀ ਇਸ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਾਂ ਨੇ ਵਿਆਹ ਕਰਨ ਦੇ ਲਈ ਕਾਨੂੰਨੀ ਦਰਜਾ ਪ੍ਰਾਪਤ ਕਰਨ ਦੀ ਆਗਿਆ ਦੇਣ ਲਈ ਕਾਨੂੰਨਾਂ 'ਚ ਤਬਦੀਲੀ ਕੀਤੀ ਹੈ। ਬਾਈਡਨ ਸਰਕਾਰ ਦੀ ਇਹ ਨਵੀਂ ਨੀਤੀ ਉਹਨਾਂ ਲੋਕਾਂ ਤੇ ਲਾਗੂ ਹੋਵੇਗੀ ਜੋ ਘੱਟ ਤੋਂ ਘੱਟ 10 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ ਅਤੇ 17 ਜੂਨ 2024 ਤੋਂ ਪਹਿਲਾਂ ਅਮਰੀਕੀ ਨਾਗਰਿਕ ਨਾਲ ਵਿਆਹ ਹੋ ਗਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਕਰੀਬ 5 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ। ਰੂਸ ਨਾਲ ਮੁਕਾਬਲੇ ਦੇ ਲਈ ਯੂਕਰੇਨ ਨੂੰ ਅਮਰੀਕਾ ਤੋਂ ਵੱਡੀ ਰਿਆਇਤ ਮਿਲ ਗਈ ਹੈ। ਅਮਰੀਕਾ ਨੇ ਯੂਕਰੇਨ ਨੂੰ ਛੋਟ ਦੇ ਦਿੱਤੀ ਹੈ ਕਿ ਉਹ ਅਮਰੀਕੀ ਹਥਿਆਰਾਂ ਦੀ ਵਰਤੋਂ ਹੁਣ ਸਿਰਫ ਖਾਰਕਿਵ ਤੋਂ ਹੀ ਨਹੀਂ ਸਗੋਂ ਕਿਤੇ ਵੀ ਕਰ ਸਕਦਾ ਹੈ। ਇਸ ਨਾਲ ਯੂਕਰੇਨੀ ਸੁਰੱਖਿਆ ਬਲ ਰੂਸੀ ਫੌਜ ਨੂੰ ਸਰਹੱਦ ਤੇ ਕਿਤੇ ਵੀ ਨਿਸ਼ਾਨਾ ਬਣਾ ਸਕਣਗੇ। ਪੋਲੀਟਿਕੋ ਦੀ ਰਿਪੋਰਟ 'ਚ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਕਿਹਾ ਗਿਆ ਹੈ ਕਿ ਇਹ ਰਿਆਇਤ ਨੀਤੀ 'ਚ ਕੋਈ ਵੱਡੀ ਤਬਦੀਲੀ ਨਹੀਂ ਹੈ, ਸਿਰਫ ਖਾਰਕਿਵ ਤੋਂ ਹਥਿਆਰਾਂ ਦੀ ਵਰਤੋਂ ਨੂੰ ਹਰੀ ਝੰਡੀ ਦੇਣ ਦੇ ਕੁਝ ਹਫ਼ਤਿਆਂ ਬਾਅਦ ਹੀ ਇਹ ਛੋਟ ਦਿੱਤੀ ਗਈ ਹੈ। ਅਮਰੀਕੀ ਹਥਿਆਰਾਂ ਦੀ ਵਰਤੋਂ ਯੂਕਰੇਨ ਨੇ ਹੁਣ ਤੱਕ ਘੱਟੋ-ਘੱਟ ਇੱਕ ਵਾਰ ਕੀਤੀ ਹੈ। ਉਸਨੇ ਰੂਸੀ ਹਮਲੇ ਨੂੰ ਰੋਕਣ ਦੇ ਲਈ ਬੈਲਗੋਰੋਦ 'ਚ ਰੂਸੀ ਹਥਿਆਰਾਂ ਨੂੰ ਨਿਸ਼ਾਨਾ ਬਣਾਇਆ ਸੀ। ਹਾਲ ਹੀ 'ਚ ਰੂਸ ਨੇ ਉੱਤਰੀ ਪੂਰਬੀ ਸ਼ਹਿਰ ਸੂਮੀ ਵੱਲ ਵਧਣ ਦਾ ਸੰਕੇਤ ਦਿੱਤਾ ਸੀ। ਇਹ ਵੀ ਸਰਹੱਦ ਦੇ ਨੇੜੇ ਹੀ ਹੈ। ਇਸ ਤੋਂ ਬਾਅਦ ਯੂਕਰੇਨ ਤੇ ਯੂਰਪੀ ਆਗੂਆਂ ਦੀ ਮੰਗ ਤੇ ਇਹ ਰਿਆਇਤ ਸਾਹਮਣੇ ਆਈ ਹੈ। ਉਧਰ ਰਾਈਟਰ ਮੁਤਾਬਿਕ ਰੂਸੀ ਰਾਸ਼ਟਰਪਤੀ ਦਫ਼ਤਰ ਦੇ ਬੁਲਾਰੇ ਦਿਮਿਤਰੀ ਪੇਸਕੋਵ ਨੇ ਕਿਹਾ ਕਿ ਰੂਸ ਪਰਮਾਣੂ ਹਥਿਆਰਾਂ ਦੀ ਚਿੰਤਾ ਸੰਬੰਧੀ ਅਮਰੀਕਾ ਦੇ ਨਾਲ ਗੱਲਬਾਤ ਲਈ ਤਿਆਰ ਹੈ, ਪਰ ਇਸ 'ਚ ਯੂਕਰੇਨ ਦੇ ਨਾਲ ਜੁੜੇ ਸਾਰੇ ਮੁੱਦੇ ਸ਼ਾਮਲ ਹੋਣੇ ਚਾਹੀਦੇ ਹਨ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਸਨੇ ਸ਼ੁੱਕਰਵਾਰ ਨੂੰ ਰੂਸ ਦੇ 4 ਤੇਲ ਰਿਫਾਈਨਰੀ ਨੂੰ ਡਰੋਨ ਰਾਹੀਂ ਨਿਸ਼ਾਨਾ ਬਣਾਇਆ। ਯੂਕਰੇਨ ਫੌਜ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਤੇਲ ਰਿਫਾਈਨਰੀਆਂ ਤੇ ਹਮਲਾ ਕੀਤਾ ਗਿਆ। ਇਸ ਦੇ ਨਾਲ ਹੀ ਬ੍ਰਿਆਂਸਕ ਰੀਜਨ ਦੇ ਰੂਸੀ ਕਬਜ਼ੇ ਵਾਲੇ ਕ੍ਰੀਮੀਆ 'ਚ ਰਡਾਰ ਸਟੇਸ਼ਨ ਅਤੇ ਇਲੈਕਟ੍ਰੋਨਿਕ ਇੰਟੈਲੀਜੈਂਸ ਸੈਂਟਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਉਧਰ ਰੂਸੀ ਹਵਾਈ ਫੌਜ ਨੇ ਕਿਹਾ ਹੈ ਕਿ ਉਸਨੇ ਸ਼ੁੱਕਰਵਾਰ ਨੂੰ ਯੂਕਰੇਨ ਦੇ 70 ਡਰੋਨ ਕਾਲਾ ਸਾਗਰ ਤੇ ਕ੍ਰੀਮੀਆ ਖਿੱਤੇ 'ਚ ਸੁੱਟ ਲਏ ਹਨ।
ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ ਇਨੀ ਦਿਨੀ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਏਸ਼ੀਆ ਅਤੇ ਯੂਰਪ ਦੇ ਵਿੱਚ ਗਰਮੀ ਕਾਰਨ ਸੈਂਕੜੇ ਲੋਕ ਪਹਿਲਾਂ ਹੀ ਆਪਣੀ ਜਾਨ ਗਵਾ ਚੁੱਕੇ ਹਨ। ਸਾਊਦੀ ਅਰਬ ਵਿੱਚ ਤਾਪਮਾਨ 51 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ। ਉਧਰ ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗਰਮੀ ਤੋਂ ਰਾਹਤ ਪਾਉਣ ਦੇ ਲਈ ਲੋਕਾਂ ਨੇ ਤਲਾਬ ਦਾ ਸਹਾਰਾ ਲਿਆ, ਜੋ ਅੱਧੀ ਰਾਤ ਤੱਕ ਖੁੱਲੇ ਰਹੇ। ਇਸ ਦੌਰਾਨ ਨਿਊਯਾਰਕ ਸਿਟੀ ਵਿੱਚ 21 ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਇਨ੍ਹਾਂ 'ਚ ਬਾਲਗ ਅਤੇ ਬੱਚੇ ਦੋਵੇਂ ਸ਼ਾਮਲ ਸਨ। ਹਾਲਾਂਕਿ ਉਹ ਤੈਰਨਾ ਨਹੀਂ ਜਾਣਦੇ ਸੀ, ਪਰ ਉਹ ਗਰਮੀ ਕਾਰਨ ਬੇਚੈਨ ਹੋ ਗਿਆ ਅਤੇ ਠੰਡਾ ਕਰਨ ਦੇ ਲਈ ਪਾਣੀ ਵਿੱਚ ਛਾਲ ਮਾਰ ਗਿਆ। ਇਸ ਤੋਂ ਪਹਿਲਾਂ 1936 ਦੇ ਵਿੱਚ ਵੀ ਅਮਰੀਕਾ ਵਿੱਚ ਭਿਆਨਕ ਗਰਮੀ ਦਾ ਲਹਿਰ ਆਈ ਸੀ। ਫਿਰ ਇਲੀਨੋਇਸ ਵਿੱਚ ਤਾਪਮਾਨ 37 ਡਿਗਰੀ ਅਤੇ ਉੱਤਰੀ ਡਕੋਟਾ ਦੇ ਵਿੱਚ 48 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਅਤੇ ਜਿਸ ਕਾਰਨ ਲਗਭਗ 5000 ਲੋਕਾਂ ਦੀ ਮੌਤ ਹੋ ਗਈ। ਅਮਰੀਕਾ ਦੇ ਮੌਸਮ ਵਿਭਾਗ ਨੇ ਫਿਨਿਕਸ ਸਮੇਤ ਕਈ ਇਲਾਕਿਆਂ 'ਚ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ। ਦੂਜੇ ਪਾਸੇ ਸਰਬੀਆ ਦੇ ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਇਸ ਹਫ਼ਤੇ ਤਾਪਮਾਨ 40 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਜਾਵੇਗਾ। ਸਿਹਤ ਅਧਿਕਾਰੀਆਂ ਨੇ ਰੈੱਡ ਅਲਰਟ ਘੋਸ਼ਿਤ ਕੀਤਾ ਹੈ ਅਤੇ ਲੋਕਾਂ ਨੂੰ ਗਰਮੀ ਵਿੱਚ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਬੈਲਗ੍ਰੇਡ ਵਿੱਚ ਵੀ ਸਥਿਤੀ ਖਰਾਬ ਹੈ। ਗਰਮੀ ਕਾਰਨ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ। ਪੂਰੀ ਦੁਨੀਆ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜਾਂ ਕਾਰਨ ਜਾਣੇ ਜਾਂਦੇ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸਪੀ ਸਿੰਘ ਓਬਰੋਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨਾਮਵਰ ਸ਼ਹਿਰ ਆਦਮਪੁਰ ਨੇੜਲੇ ਪਿੰਡ ਡਰੋਲੀ ਕਲਾਂ ਦੇ 26 ਸਾਲ ਗੁਰਦੀਪ ਸਿੰਘ ਪੁੱਤਰ ਨਿਰਮਲ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਖੇ ਪਹੁੰਚਾਇਆ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾਕਟਰ ਐਸਪੀ ਸਿੰਘ ਓਬਰੋਏ ਨੇ ਦੱਸਿਆ ਕਿ ਗੁਰਦੀਪ ਸਿੰਘ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਕਰੀਬ 3 ਸਾਲ ਪਹਿਲਾਂ ਦੁਬਈ ਆਇਆ ਸੀ। ਬੀਤੀ 25 ਅਪ੍ਰੈਲ ਨੂੰ ਗੁਸਲਖਾਨੇ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਡਾਕਟਰ ਓਬਰੋਏ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਸੰਬੰਧੀ ਮ੍ਰਿਤਕ ਦੇ ਪਰਿਵਾਰਾਂ ਨੇ 2 ਮਹੀਨੇ ਦੀ ਖੱਜਲ ਖੁਆਰੀ ਤੋਂ ਬਾਅਦ ਉਹਨਾਂ ਦੇ ਨਾਲ ਸੰਪਰਕ ਕਰਕੇ ਗੁਰਦੀਪ ਸਿੰਘ ਦੇ ਮ੍ਰਿਤਕ ਸਰੀਰ ਨੂੰ ਭਾਰਤ ਭੇਜਣ ਦੇ ਲਈ ਕਿਹਾ ਸੀ, ਜਿਸ ਉਪਰੰਤ ਉਹਨਾਂ ਨੇ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖਰੇਖ 'ਚ ਦੁਬਈ ਸਥਿਤ ਭਾਰਤੀ ਦੂਤਾਵਾਸ ਦੇ ਸਹਿਯੋਗ ਦੇ ਨਾਲ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਗੁਰਦੀਪ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਹੈ। ਉਹਨਾਂ ਨੇ ਦੱਸਿਆ ਕਿ ਗੁਰਦੀਪ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਆਇਆ ਖਰਚ ਭਾਰਤੀ ਦੂਤਾਵਾਸ ਵੱਲੋਂ ਕੀਤਾ ਗਿਆ ਹੈ। ਗੁਰਦੀਪ ਸਿੰਘ ਦਾ ਮ੍ਰਿਤਕ ਸਰੀਰ ਲੈਣ ਪਹੁੰਚੇ ਉਸ ਦੇ ਰਿਸ਼ਤੇਦਾਰਾਂ ਰਾਜਕੁਮਾਰ, ਸਤੀਸ਼ ਕੁਮਾਰ, ਕਮਲ ਕੁਮਾਰ ਤੇ ਲਖਵਿੰਦਰ ਕੁਮਾਰ ਨੇ ਭਾਵੁਕ ਹੁੰਦਿਆਂ ਇਹ ਦੱਸਿਆ ਕਿ ਗੁਰਦੀਪ ਆਪਣੇ ਘਰ ਦੀ ਗੁਰਬਤ ਨੂੰ ਦੂਰ ਕਰਨ ਦੇ ਲਈ ਕਰੀਬ 3 ਸਾਲ ਪਹਿਲਾਂ ਰੋਜ਼ਗਾਰ ਲਈ ਦੁਬਈ ਗਿਆ ਸੀ ਕਿ ਅਚਾਨਕ ਬੀਤੀ 25 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ ਸੀ। ਪਰ ਮ੍ਰਿਤਕ ਦੀ ਲਾਸ਼ ਵਾਪਸ ਭਾਰਤ ਮੰਗਵਾਉਣ ਵਾਸਤੇ ਪਰਿਵਾਰ 2 ਮਹੀਨੇ ਤੱਕ ਖੱਜਲ ਖੁਆਰ ਹੁੰਦਾ ਰਿਹਾ। ਇਸ ਉਪਰੰਤ ਪਰਿਵਾਰ ਨੇ ਡਾਕਟਰ ਐਸਪੀ ਸਿੰਘ ਓਬਰੋਏ ਦੇ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਭਾਰਤੀ ਦੂਤਾਵਾਸ ਦੇ ਸਹਿਯੋਗ ਦੇ ਨਾਲ ਇਹ ਸੰਭਵ ਬਣਾਇਆ। ਗੁਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ ਐਸਪੀ ਸਿੰਘ ਓਬਰੋਏ ਦਾ ਇਸ ਵੱਡੇ ਉਪਰਾਲੇ ਦੇ ਲਈ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਹਨਾਂ ਦੇ ਯਤਨਾਂ ਦੀ ਬਦੌਲਤ ਹੀ ਪਰਿਵਾਰ ਨੂੰ ਗੁਰਦੀਪ ਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ। ਪੀੜਿਤ ਪਰਿਵਾਰ ਦੇ ਨਾਲ ਹਵਾਈ ਅੱਡੇ ਤੇ ਦੁੱਖ ਸਾਂਝਾ ਕਰਨ ਪਹੁੰਚੀ ਟਰਸਟ ਦੀ ਟੀਮ ਵੱਲੋਂ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਅਤੇ ਸੁਖਚੈਨ ਸਿੰਘ ਨੇ ਦੱਸਿਆ ਕਿ ਡਾਕਟਰ ਓਬਰੋਏ ਦੇ ਯਤਨਾਂ ਸਦਕਾ ਹੁਣ ਤੱਕ 365 ਦੇ ਕਰੀਬ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ। ਦੱਖਣੀ ਅਰਕਾਨਸਾਸ 'ਚ ਇੱਕ ਕਰਿਆਨੇ ਦੀ ਦੁਕਾਨ ਤੇ ਹੋਈ ਗੋਲੀਬਾਰੀ 'ਚ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ 8 ਹੋਰ ਜ਼ਖਮੀ ਹੋ ਗਏ ਹਨ। ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਅਰਕਾਨਸਾਸ ਸਟੇਟ ਪੁਲਿਸ ਨੇ ਕਿਹਾ ਹੈ ਕਿ ਗੋਲੀਬਾਰੀ ਫੋਰਡਿਸ ਵਿੱਚ ਮੈਡ ਬੁੱਚਰ ਕਰਿਆਨੇ ਦੀ ਦੁਕਾਨ ਵਿੱਚ ਹੋਈ ਅਤੇ ਜਦੋਂ ਪੁਲਿਸ ਨੇ ਗੋਲੀ ਮਾਰੀ ਤਾਂ ਬੰਦੂਕਧਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਇੱਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੂੰ ਵੀ ਗੋਲੀ ਲੱਗੀ, ਪਰ ਉਸ ਦੀ ਹਾਲਤ ਨਾਜ਼ੁਕ ਨਹੀਂ ਹੈ। ਅਰਕਾਨਸਾਸ ਦੀ ਗਵਰਨਰ ਸਾਰਾ ਹਕਾਬੀ ਸੈਂਡਰਸ ਨੇ ਕਿਹਾ ਕਿ ਉਹਨਾਂ ਨੂੰ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਧਰਮੇਸ਼ ਅਰਵਿੰਦ ਪਟੇਲ ਪਾਸਡੇਨਾ ਡਾਕਟਰ ਜਿਸਨੇ ਆਪਣੇ ਪਰਿਵਾਰ ਦੇ ਨਾਲ ਸੈਨ ਮਾਰਟਿਓ ਕਾਉਂਟੀ ਤੱਟ ਦੇ ਹਾਈਵੇ 1 ਤੋਂ ਟੈਸਲਾ ਨੂੰ ਬਾਹਰ ਕੱਢਿਆ, ਜੇਲ੍ਹ ਦੇ ਸਮੇਂ ਤੋਂ ਬਚੇਗਾ। ਸੈਨ ਮਾਰਟਿਓ ਕਾਉਂਟੀ ਦੀ ਜ਼ਿਲ੍ਹਾ ਅਟਾਰਨੀ ਸਟੀਵ ਵੈਗਸਟਾਫ ਦੇ ਦਫ਼ਤਰ ਨੇ ਘੋਸ਼ਣਾ ਕੀਤੀ ਹੈ
ਕਿ ਜੱਜ ਸੁਜ਼ਨ ਐਮ ਨੇ 20 ਜੂਨ ਦੀ ਸੁਣਵਾਈ ਦੌਰਾਨ 43 ਸਾਲ ਦੇ ਪਟੇਲ ਨੂੰ ਮਾਨਸਿਕ ਸਿਹਤ ਦੇ ਵਿਗਾੜ ਲਈ ਯੋਗ ਪਾਇਆ। ਉਧਰ ਹੀ ਜੱਜ ਨੇ ਇੱਕ ਲੰਮਾ ਬਿਆਨ ਦਿੱਤਾ ਜਿਸ ਵਿੱਚ ਸਿੱਟਾ ਕੱਢਿਆ ਗਿਆ ਕਿ ਬਚਾਓ ਪੱਖ ਮਾਨਸਿਕ ਸਿਹਤ ਡਾਇਵਰਸ਼ਨਸ ਲਈ ਢੁਕਵਾਂ ਸੀ। ਉਸਨੇ ਕਿਹਾ ਕਿ ਸਾਰੇ ਸਬੂਤਾਂ ਦੀ ਸਮੀਖਿਆ ਤੋਂ ਬਾਅਦ ਉਸਨੇ ਸਿੱਟਾ ਕੱਢਿਆ ਕਿ ਬਚਾਓ ਪੱਖ ਦੀ ਮਾਨਸਿਕ ਬਿਮਾਰੀ ਦਾ ਸਹੀ ਨਿਦਾਨ ਮੇਜਰ ਡਿਪਰੈਸ਼ਨ ਡਿਸਆਰਡਰ ਸੀ, ਜੋ ਕਿ ਕਾਨੂੰਨ ਦੇ ਅਧੀਨ ਇੱਕ ਯੋਗ ਮਾਨਸਿਕ ਵਿਗਾੜ ਹੈ। ਡੀਏ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਜੱਜ ਨੇ ਇਹ ਵੀ ਫੈਸਲਾ ਦਿੱਤਾ ਕਿ ਪਟੇਲ ਰਿਹਾਈ ਤੋਂ ਪਹਿਲਾਂ ਬ੍ਰਿਜਿੰਗ ਪੀਰੀਅਡ ਲਈ ਕਈ ਹਫ਼ਤਿਆਂ ਲਈ ਕਾਉਂਟੀ ਜੇਲ੍ਹ ਵਿੱਚ ਰਹੇਗਾ, ਜਿਵੇਂ ਕਿ ਬਚਾਅ ਦੇ ਡਾਕਟਰਾਂ ਦੁਆਰਾ ਸੁਝਾਅ ਦਿੱਤਾ ਗਿਆ। ਉਸ ਦੀ ਰਿਹਾਈ ਤੋਂ ਬਾਅਦ ਪਟੇਲ ਦੀ ਨਿਗਰਾਨੀ GPS ਦੁਆਰਾ ਕੀਤੀ ਜਾਵੇਗੀ। ਬੇਲਮੌਂਟ ਵਿੱਚ ਉਸ ਦੇ ਮਾਪਿਆਂ ਦੇ ਘਰ ਰਹਿਣਾ ਚਾਹੀਦਾ ਹੈ। ਸੈਨ ਮਾਰਟਿਓ ਕਾਉਂਟੀ ਨਹੀਂ ਛੱਡ ਸਕਦਾ ਅਤੇ ਸਿਰਫ ਪਹਿਲੇ 2 ਮਹੀਨਿਆਂ ਲਈ ਅਦਾਲਤ ਜਾਂ ਇਲਾਜ ਸੈਸ਼ਨਾਂ ਲਈ ਘਰ ਛੱਡ ਸਕਦਾ ਹੈ। ਉਸ ਨੂੰ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਦੀ ਵੀ ਮਨਾਹੀ ਹੈ ਅਤੇ ਉਹ ਗੱਡੀ ਨਹੀਂ ਚਲਾ ਸਕਦਾ। 2 ਜਨਵਰੀ 2023 ਨੂੰ ਪਟੇਲ ਆਪਣੀ ਪਤਨੀ ਅਤੇ ਬੱਚਿਆਂ ਉਮਰ 7 ਅਤੇ 4 ਦੇ ਨਾਲ ਹਾਈਵੇ 1 ਦੇ ਨਾਲ ਆਪਣੀ ਟੈਸਲਾ ਨੂੰ ਚਲਾ ਰਿਹਾ ਸੀ ਜਦੋਂ ਉਹ ਇੱਕ ਪਹਾੜੀ ਉੱਤੇ ਚੜ ਗਿਆ ਅਤੇ ਇੱਕ 250 ਫੁੱਟ ਉੱਚੀ ਚਟਾਨਾਂ ਤੋਂ ਹੇਠਾਂ ਚੜ ਗਿਆ। ਸਾਰੇ 4 ਵਿਅਕਤੀ ਇਸ ਹਮਲੇ ਵਿੱਚ ਬਚ ਗਏ। ਇੱਕ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ। ਪਟੇਲ ਨੇ ਘਟਨਾ ਤੋਂ ਬਾਅਦ ਕਤਲ ਦੀ ਕੋਸ਼ਿਸ਼ ਤੇ 3 ਮਾਮਲਿਆਂ ਵਿੱਚ ਦੋਸ਼ੀ ਨਹੀਂ ਮੰਨਿਆ। ਜੇਕਰ ਪਟੇਲ ਸਟੈਨਫੋਰਡ ਯੂਨੀਵਰਸਿਟੀਆਂ ਦੀ ਫੋਰੈਂਸਿਕ ਮਨੋਵਿਗਿਆਨਿਕ ਫੈਲੋਸ਼ਿਪ ਦੁਆਰਾ ਨਿਗਰਾਨੀ ਕੀਤੇ ਗਏ 2 ਸਾਲਾਂ ਦੇ ਇਲਾਜ ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕਰ ਲੈਂਦਾ ਹੈ ਤਾਂ ਇਸ ਫੈਸਲੇ ਨਾਲ ਉਸ ਦੇ ਵਿਰੁੱਧ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਜਾ ਸਕਦਾ ਹੈ। ਇਸਤਗਾਸਾ ਪੱਖ ਨੇ ਇਸ ਮੋੜ ਤੇ ਸਖਤ ਇਤਰਾਜ਼ ਜਤਾਇਆ ਸੀ। ਇਹ ਦਲੀਲ ਦਿੱਤੀ ਸੀ ਕਿ ਪਟੇਲ ਜਨਤਾ ਲਈ ਖਤਰਾ ਹੈ। ਡਿਪਟੀ ਡਿਸਟ੍ਰਿਕਟ ਅਟਾਰਨੀ ਡੇਵਿਸ ਨੇ ਕਿਹਾ ਕਿ ਪਟੇਲ ਸਕਾਈਜ਼ੋਫੈਕਟਿਵ ਡਿਸਆਰਡਰ ਅਤੇ ਭੁਲੇਖੇ ਤੋਂ ਪੀੜਿਤ ਸੀ। ਕ੍ਰੈਸ਼ ਤੋਂ ਪਹਿਲਾਂ ਉਸ ਦੀ ਮਾਨਸਿਕ ਸਥਿਤੀ ਦਾ ਵਰਣਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਸ ਨੂੰ ਡਰ ਸੀ ਕਿ ਉਸਦੇ ਬੱਚਿਆਂ ਨੂੰ ਸੈਕਸ ਗੁਲਾਮੀ ਵਿੱਚ ਭੇਜ ਦਿੱਤਾ ਜਾਵੇਗਾ। ਉਸਨੇ 3 ਦਿਨਾਂ ਤੱਕ ਚਾਕੂ ਲੈ ਕੇ ਰੱਖਿਆ। ਪਟੇਲ ਦੇ ਬਚਾਅ ਪੱਖ ਦੇ ਅਟਾਰਨੀ ਨੇ ਜਵਾਬ ਦਿੱਤਾ ਕਿ ਉਹ ਵੱਡੇ ਡਿਪਰੈਸ਼ਨ ਵਿਗਾੜ ਤੋਂ ਪੀੜਿਤ ਸੀ, ਜਿਸ ਨੂੰ ਜੱਜ ਨੇ ਆਖਰਕਾਰ ਸਹੀ ਨਿਦਾਨ ਵਜੋਂ ਸਵੀਕਾਰ ਕਰ ਲਿਆ। ਜੱਜ ਨੇ ਪਟੇਲ ਨੂੰ ਸਾਰੇ ਖਾਤਿਆਂ ਦੁਆਰਾ ਇੱਕ ਦਿਆਲੂ ਅਤੇ ਪਿਆਰ ਕਰਨ ਵਾਲਾ ਵਿਅਕਤੀ ਦੱਸਿਆ ਜੋ ਜੇਲ੍ਹ ਵਿੱਚ ਮੁਕੱਦਮੇ ਦੀ ਉਡੀਕ ਕਰਨ ਨਾਲੋਂ ਘਰ ਵਿੱਚ ਇਲਾਜ ਦੁਆਰਾ ਬਿਹਤਰ ਸੇਵਾ ਕਰੇਗਾ। ਉਹ ਮਨੋਵਿਗਿਆਨਿਕ ਇਲਾਜ ਜਾਰੀ ਰੱਖਣਾ ਚਾਹੁੰਦਾ ਹੈ। ਉਧਰ ਹੀ ਉਹਨਾਂ ਨੇ ਕਿਹਾ ਕਿ ਅਦਾਲਤ ਦਾ ਮੰਨਣਾ ਹੈ ਕਿ ਉਹ ਹੁਣ ਸਪਸ਼ਟ ਹੋਣ ਦੀ ਮਹੱਤਤਾ ਨੂੰ ਸਮਝਦਾ ਹੈ। ਪਟੇਲ ਦੀ ਪਤਨੀ ਨੇ ਉਸ ਦੀ ਰਿਹਾਈ ਦੇ ਸਮਰਥਨ ਵਿੱਚ ਗਵਾਹੀ ਦਿੰਦੇ ਹੋਏ ਕਿਹਾ ਸੀ ਕਿ ਅਸੀਂ ਉਸ ਦੇ ਬਿਨਾਂ ਪਰਿਵਾਰ ਨਹੀਂ ਹਾਂ। ਉਸਨੇ ਲੋੜ ਪੈਣ ਤੇ ਮਦਦ ਲੈਣ ਅਤੇ ਮਾਨਸਿਕ ਅਸਥਿਰਤਾ ਦੇ ਕਿਸੇ ਵੀ ਲੱਛਣ ਦੀ ਰਿਪੋਰਟ ਕਰਨ ਦਾ ਵਾਅਦਾ ਕੀਤਾ ਹੈ। BC ਦੇ ਰਿਚਮੰਡ ਵਿਖੇ ਇੱਕ ਪੁਰਾਣਾ ਰੇਲਵੇ ਪੁਲ ਸੜ ਕੇ ਸਵਾਹ ਹੋ ਗਿਆ। ਉਧਰ ਹੀ ਵਾਪਰੀ ਘਟਨਾ ਮਗਰੋਂ ਇਲਾਕੇ ਵਿੱਚ ਸੰਘਣਾ ਧੂਆਂ ਉੱਠਦਾ ਹੋਇਆ ਨਜ਼ਰ ਆਇਆ ਅਤੇ ਆਲੇ ਦੁਆਲੇ ਮੌਜੂਦ ਲਾਂਘਿਆਂ ਨੂੰ ਬੰਦ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਰਪੋਲ ਰੇਲ ਰੋਡ ਬ੍ਰਿਜ ਦੀ ਉਸਾਰੀ 1902 ਵਿੱਚ ਕੀਤੀ ਗਈ ਅਤੇ ਅੱਗ ਦੀ ਸ਼ੁਰੂਆਤ ਪੁਲ ਦੇ ਨੇੜੇ ਬਣੇ ਕਿਸੇ ਢਾਂਚੇ ਤੋਂ ਹੋਈ। ਵੈਂਕੂਵਰ ਪੁਲਿਸ ਨੇ ਕਿਹਾ ਕਿ ਓਕ ਸਟਰੀਟ ਬ੍ਰਿਜ ਦੇ ਦੋਵੇਂ ਪਾਸੇ ਆਵਾਜਾਈ ਬੰਦ ਕਰ ਦਿੱਤੀ ਗਈ ਅਤੇ ਧੂਏ ਕਾਰਨ ਵੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਤੇ ਉਡਾਨਾਂ ਦੀ ਆਵਾਜਾਈ ਪ੍ਰਭਾਵਿਤ ਨਹੀਂ ਹੋਈ। ਇਸੇ ਦੌਰਾਨ ਮੈਟਰੋ ਵੈਂਕੂਵਰ ਰੀਜਨਲ ਡਿਸਟ੍ਰਿਕਟ ਵੱਲੋਂ 에ਅਰ ਕੁਆਲਿਟੀ ਬਾਰੇ ਬੁਲੇਟਿਨ ਜਾਰੀ ਕੀਤਾ ਗਿਆ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇ ਉਹਨਾਂ ਦੇ ਆਲੇ ਦੁਆਲੇ ਧੂਆਂ ਮਹਿਸੂਸ ਹੋਵੇ ਤਾਂ ਬਾਹਰ ਨਾ ਨਿਕਲਣ ਅਤੇ ਘਰ ਦੇ ਅੰਦਰ ਰਹਿਣ ਨੂੰ ਹੀ ਤਰਜੀਹ ਦਿੱਤੀ ਜਾਵੇ। ਚੋਣ ਸਰਵੇਖਣਾਂ ਵਿੱਚ ਲਿਬਰਲ ਪਾਰਟੀ ਦੇ ਬੇਹੱਦ ਪਛੜਨ ਦਰਮਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਟੋਰਾਂਟੋ ਸੈਂਟ ਪੌਲ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਕੈਨੇਡਾ ਦੇ ਵਿੱਚ ਅਗਲੀਆਂ ਆਮ ਚੋਣਾਂ ਦੀ ਤਸਵੀਰ ਪੇਸ਼ ਕਰਨਗੇ। ਟੋਰਾਂਟੋ ਸੈਂਟ ਪੌਲ ਰਾਈਡਿੰਗ ਨੂੰ ਲਿਬਰਲ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ ਅਤੇ ਸੋਮਵਾਰ ਇੱਥੇ ਵੋਟਾਂ ਪੈਣਗੀਆਂ। ਜਸਟਿਨ ਟਰੂਡੋ ਨੂੰ ਪੁੱਛਿਆ ਗਿਆ ਸੀ ਕਿ ਕੀ ਟੋਰਾਂਟੋ ਸੈਂਟ ਪੌਲ ਰਾਈਡਿੰਗ ਦੀ ਜ਼ਿਮਨੀ ਚੋਣ ਉਹਨਾਂ ਦੀ ਲੀਡਰਸ਼ਿਪ ਵਾਸਤੇ ਅਗਨੀ ਪ੍ਰੀਖਿਆ ਸਾਬਤ ਹੋ ਸਕਦੀ ਹੈ। ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ ਕਿ ਬਿਨਾਂ ਸ਼ੱਕ ਸੈਂਟ ਪੌਲ ਦੇ ਲੋਕ ਅਸਲ ਪਸੰਦ ਜ਼ਾਹਰ ਕਰਨਗੇ ਜੋ ਮੁਲਕ ਵਿੱਚ ਹੋਣ ਵਾਲੀਆਂ ਅਗਲੀਆਂ ਫੈਡਰਲ ਚੋਣਾਂ ਦੌਰਾਨ ਲੋਕਾਂ ਦੀ ਪਸੰਦ ਦਾ ਹੂਬਹੂ ਰੂਪ ਹੋਵੇਗੀ। ਭਾਵੇਂ ਕੈਨੇਡਾ ਵਿੱਚ ਆਮ ਚੋਣਾਂ ਦਾ ਸਮੇਂ ਅਕਤੂਬਰ 2025 ਬਣਦਾ ਹੈ, ਪਰ ਸਿਆਸੀ ਹਾਲਾਤ ਬਦਲਦਿਆਂ ਸਮਾਂ ਨਹੀਂ ਲੱਗਦਾ ਅਤੇ ਘੱਟ ਗਿਣਤੀ ਲਿਬਰਲ ਸਰਕਾਰ ਕਿਸੇ ਵੀ ਵੇਲੇ ਮੁਸ਼ਕਲਾਂ ਵਿੱਚ ਘਿਰ ਸਕਦੀ ਹੈ। ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਿਤ ਇਪਸੋਸ ਚੋਣ ਸਰਵੇਖਣ ਮੁਤਾਬਿਕ ਜੇ ਕੱਲ ਵੋਟਾਂ ਪੈ ਜਾਣ ਤਾਂ ਕੰਜ਼ਰਵੇਟਿਵ ਪਾਰਟੀ ਨੂੰ 42% ਵੋਟਾਂ ਮਿਲ ਸਕਦੀਆਂ ਹਨ। ਅਜਿਹੇ ਵਿੱਚ ਲਿਬਰਲ ਪਾਰਟੀ ਮੁਕਾਬਲੇ ਵਿੱਚ ਕਿਤੇ ਵੀ ਖੜੀ ਨਜ਼ਰ ਨਹੀਂ ਆਉਂਦੀ। ਦੂਜੇ ਪਾਸੇ ਟੋਰਾਂਟੋ ਸੈਂਟ ਪੌਲ ਪਾਰਲੀਮਾਨੀ ਰਾਈਡਿੰਗ 1997 ਤੋਂ ਲਿਬਰਲ ਪਾਰਟੀ ਕੋਲ ਹੈ। ਕੈਰੋਲਿਨ ਬੈਨੇਟ ਇੱਥੋਂ ਲਗਾਤਾਰ 26 ਸਾਲ MP ਬਣੇ ਅਤੇ ਹੁਣ ਉਹਨਾਂ ਨੂੰ ਡੈਨਮਾਰਕ ਵਿੱਚ ਕੈਨੇਡੀਅਨ ਰਾਜਦੂਤ ਬਣਾਇਆ ਗਿਆ।
ਅਮਰੀਕਾ ਵਿੱਚ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਹਵਾ ਵਿੱਚ ਉੱਡ ਰਹੇ ਦੋ ਜਹਾਜ਼ ਵਿਚਾਲੇ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਦੌਰਾਨ ਇੱਕ ਪਾਇਲਟ ਦੀ ਮੌਤ ਹੋ ਗਈ ਹੈ, ਜਦਕਿ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅਮਰੀਕਾ ਵਿੱਚ ਦੱਖਣੀ ਇਡਾਹੋ ਦੇ ਇੱਕ ਹਵਾਈ ਅੱਡੇ ਦੇ ਨੇੜੇ ਫਸਲਾਂ ਦੀ ਦੇਖਭਾਲ ਵਿੱਚ ਕੰਮ ਕਰਨ ਵਾਲੇ ਦੋ ਹਵਾਈ ਜਹਾਜ਼ ਆਪਸ ਵਿੱਚ ਟਕਰਾ ਕੇ ਜ਼ਮੀਨ ਤੇ ਡਿੱਗ ਗਏ, ਜਿਸ ਦੌਰਾਨ ਇੱਕ ਪਾਇਲਟ ਦੀ ਮੌਤ ਤੇ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਨੇੜੇ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਬੱਟੇ ਕਾਉਂਟੀ ਸ਼ੈਰਿਫ ਦਫ਼ਤਰ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਕਰੀਬ 12:30 ਵਜੇ ਵਾਪਰਿਆ। ਕੈਨੇਡਾ ਨੇ ਇਰਾਨੀ ਹਥਿਆਰਬੰਦ ਫੋਰਸਾਂ ਦੀ ਇੱਕ ਸ਼ਾਖਾ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਨੂੰ ਅੱਤਵਾਦੀ ਇਕਾਈ ਐਲਾਨ ਕੀਤਾ ਹੈ। ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਲੈਬਲਾਂਕ ਨੇ ਬੁੱਧਵਾਰ ਦੁਪਹਿਰ ਐਲਾਨ ਕੀਤਾ ਕਿ ਕੈਨੇਡਾ IRGC ਦੀ ਅੱਤਵਾਦੀ ਗਤੀਵਿਧੀ ਦਾ ਮੁਕਾਬਲਾ ਕਰਨ ਦੇ ਲਈ ਆਪਣੇ ਕੋਲ ਉਪਲਬਧ ਸਾਰੇ ਸਾਧਨਾਂ ਦਾ ਉਪਯੋਗ ਕਰੇਗਾ। ਲੈਬਲਾਂਕ ਨੇ ਕਿਹਾ ਕਿ IRGC ਦੇ ਸੀਨੀਅਰ ਮੈਂਬਰਾਂ ਸਮੇਤ ਹਜ਼ਾਰਾਂ ਸੀਨੀਅਰ ਇਰਾਨੀ ਸਰਕਾਰੀ ਅਧਿਕਾਰੀਆਂ ਨੂੰ ਹੁਣ ਕੈਨੇਡਾ ਦੇ ਵਿੱਚ ਪ੍ਰਵੇਸ਼ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਜੋ ਪਹਿਲੇ ਤੋਂ ਹੀ ਦੇਸ਼ ਦੇ ਅੰਦਰ ਹਨ ਉਹਨਾਂ ਦੀ ਜਾਂਚ ਕੀਤੀ ਜਾ ਸਕਦੀ ਹੈ ਅਤੇ ਉਹਨਾਂ ਨੂੰ ਹਟਾਇਆ ਜਾ ਸਕਦਾ ਹੈ। ਸਿਨਹੂਆ ਸਮਾਚਾਰ ਏਜੰਸੀ ਦੀ ਰਿਪੋਰਟ ਅਨੁਸਾਰ ਜਨਤਕ ਸੁਰੱਖਿਆ ਕੈਨੇਡਾ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਅਨੁਸਾਰ ਦੱਸਿਆ ਗਿਆ ਹੈ ਕਿ ਇਸ ਐਲਾਨ ਦੇ ਨਤੀਜੇ ਵਜੋਂ ਤੁਰੰਤ ਪ੍ਰਭਾਵ ਤੋਂ ਕੈਨੇਡੀਆਈ ਵਿੱਤੀ ਸੰਸਥਾਵਾਂ ਜਿਵੇਂ ਕਿ ਬੈਂਕਾਂ ਅਤੇ ਬ੍ਰੋਕਰੇਜ ਨੂੰ ਅੱਤਵਾਦੀ ਸੰਗਠਨ ਦੀ ਜਾਇਦਾਦ ਨੂੰ ਤੁਰੰਤ ਫ੍ਰੀਜ਼ ਕਰਨਾ ਹੋਵੇਗਾ। ਕੈਨੇਡਾ 'ਚ ਕਿਸੇ ਵੀ ਵਿਅਕਤੀ ਜਾਂ ਵਿਦੇਸ਼ ਕੈਨੇਡੀਆਈ ਲੋਕਾਂ ਲਈ ਜਾਣਬੁੱਝ ਕੇ ਅੱਤਵਾਦੀ ਸਮੂਹ ਦੀ ਮਲਕੀਅਤ ਵਾਲੀ ਜਾਂ ਕੰਟਰੋਲ ਵਾਲੀ ਜਾਇਦਾਦ ਨਾਲ ਸੰਬੰਧ ਰੱਖਣਾ ਇੱਕ ਅਪਰਾਧ ਹੈ। ਸਥਾਨਕ ਮੀਡੀਆ ਦੇ ਅਨੁਸਾਰ ਜੇਕਰ ਧਾਰਮਿਕ ਸੰਗਠਨ ਅੱਤਵਾਦੀ ਸਮੂਹਾਂ ਨਾਲ ਆਪਣੇ ਸੰਬੰਧ ਬਣਾਏ ਰੱਖਦੇ ਹਨ ਤਾਂ ਉਹ ਆਪਣਾ ਦਰਜਾ ਗਵਾ ਸਕਦੇ ਹਨ। ਉਹਨਾਂ ਸਮੂਹਾਂ ਨਾਲ ਜੁੜੇ ਪਾਏ ਜਾਣ ਵਾਲੇ ਲੋਕਾਂ ਨੂੰ ਕੈਨੇਡਾ 'ਚ ਪ੍ਰਵੇਸ਼ ਤੋਂ ਵਾਂਝੇ ਕੀਤਾ ਜਾ ਸਕਦਾ ਹੈ। ਅਮਰੀਕਾ ਨੇ 2019 'ਚ IRGC ਨੂੰ ਅੱਤਵਾਦੀ ਸਮੂਹ ਐਲਾਨ ਕੀਤਾ ਸੀ। ਕੈਲੀਫੋਰਨੀਆ ਦੇ ਓਕਲੈਂਡ 'ਚ ਪੁਲਿਸ ਨੇ ਦੱਸਿਆ ਕਿ ਜੂਨ 3 ਮੌਕੇ ਜਸ਼ਨ ਦੌਰਾਨ 15 ਲੋਕਾਂ ਨੂੰ ਗੋਲੀ ਮਾਰੇ ਜਾਣ ਦੀ ਖਬਰ ਹੈ। ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ 'ਚ ਇਹ ਕਿਹਾ ਕਿ ਬੁੱਧਵਾਰ ਰਾਤ ਲੇਕ ਮੈਰਿਟ ਦਾ ਪ੍ਰੋਗਰਾਮ ਕਾਫੀ ਹੱਦ ਤੱਕ ਸ਼ਾਂਤੀਪੂਰਨ ਰਿਹਾ, ਜਿਸ 'ਚ 5000 ਤੋਂ ਵੱਧ ਲੋਕ ਮੌਜੂਦ ਸਨ। ਇਸ 'ਚ ਕਿਹਾ ਗਿਆ ਕਿ ਰਾਤ ਕਰੀਬ 8:15 ਵਜੇ ਝੀਲ ਦੇ ਉੱਤਰੀ ਕਿਨਾਰੇ ਤੇ ਬੇਲੇਵਿਊ ਅਤੇ ਗ੍ਰੈਂਡ ਐਵੇਨਿਊ 'ਚ ਮੋਟਰਸਾਈਕਲਾਂ ਅਤੇ ਵਾਹਨਾਂ ਦੇ ਨਾਲ ਜੁੜਿਆ ਇੱਕ ਹੋਰ ਪ੍ਰੋਗਰਾਮ ਹੋਇਆ। ਪੁਲਿਸ ਨੇ ਦੱਸਿਆ ਕਿ ਸੜਕ ਦੇ ਕਿਨਾਰੇ ਝਗੜਾ ਸ਼ੁਰੂ ਹੋ ਗਿਆ ਅਤੇ ਝਗੜੇ ਵਾਲੀ ਜਗ੍ਹਾ ਭੀੜ ਜਮ੍ਹਾਂ ਹੋ ਗਈ। ਓਕਲੈਂਡ ਪੁਲਿਸ ਵਿਭਾਗ ਦੇ ਰਣਨੀਤਿਕ ਸੰਚਾਰ ਪ੍ਰਬੰਧਕ ਪਾਲ ਚੈਂਬਰਸ ਨੇ ਕਿਹਾ ਕਿ ਝਗੜੇ ਦੌਰਾਨ ਗੋਲੀਬਾਰੀ ਕੀਤੀ ਗਈ। ਗੋਲੀਬਾਰੀ ਰਾਤ 9:15 ਵਜੇ ਹੋਈ। ਹਾਲਾਂਕਿ ਇਹ ਤੁਰੰਤ ਸਪਸ਼ਟ ਨਹੀਂ ਹੋ ਸਕਿਆ ਕਿ ਕਿੰਨੇ ਲੋਕਾਂ ਨੂੰ ਗੋਲੀ ਲੱਗੀ, ਪਰ ਪੁਲਿਸ ਨੇ ਦੱਸਿਆ ਕਿ 15 ਲੋਕ ਗੋਲੀ ਲੱਗਣ ਨਾਲ ਜ਼ਖਮੀ ਹੋ ਚੁੱਕੇ ਹਨ ਅਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਕਿਸੇ ਦੇ ਮਾਰੇ ਜਾਣ ਦੀ ਖਬਰ ਹਲੇ ਸਾਹਮਣੇ ਨਹੀਂ ਆਈ ਹੈ। ਅਮਰੀਕਾ ਦੀ ਵਰਜੀਨੀਆ ਗਿਨੀ ਹਿਸਲੋਪ ਨੇ 83 ਸਾਲ ਬਾਅਦ ਸਟੈਨਫੋਰਡ ਗ੍ਰੈਜੂਏਟ ਸਕੂਲ ਆਫ ਐਜੂਕੇਸ਼ਨ ਤੋਂ ਆਪਣੀ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ। ਉਸਨੇ 1940 ਦੇ ਦਹਾਕੇ ਵਿੱਚ ਸਟੈਨਫੋਰਡ ਵਿੱਚ ਲੋੜੀਂਦੀਆਂ ਕਲਾਸਾਂ ਲਈਆਂ। ਉਸਨੇ ਆਪਣਾ ਕੋਰਸ ਵਰਕ ਵੀ ਪੂਰਾ ਕਰ ਲਿਆ, ਪਰ ਆਪਣੇ ਅੰਤਮ ਮਾਸਟਰ ਦੇ ਥੀਸਿਸ ਨੂੰ ਜਮ੍ਹਾਂ ਕਰਨ ਤੋਂ ਠੀਕ ਪਹਿਲਾਂ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ, ਜਿਸ ਨਾਲ ਉਸ ਦਾ ਡਿਗਰੀ ਕੋਰਸ ਵਿਚਾਲੇ ਹੀ ਰੁਕ ਗਿਆ। ਜੰਗ ਦੇ ਸ਼ੁਰੂ ਹੋਣ ਤੋਂ ਨਾਲ ਗਿਨੀ ਦੇ ਪ੍ਰੇਮੀ ਜਾਰਜ ਹਿਸਲੋਪ ਨੂੰ ਯੁੱਧ ਵਿੱਚ ਸੇਵਾ ਕਰਨ ਲਈ ਬੁਲਾਇਆ ਗਿਆ ਸੀ। ਇਸ ਕਾਰਨ ਗਿਨੀ ਹਿਸਲੋਪ ਨੇ ਉਸ ਨਾਲ ਵਿਆਹ ਕਰਨ ਲਈ ਸਕੂਲ ਛੱਡ ਦਿੱਤਾ। ਉਸਨੇ ਆਖਰਕਾਰ ਯੁੱਧ ਦੇ ਯਤਨਾਂ ਵਿੱਚ ਮਦਦ ਕੀਤੀ ਅਤੇ ਆਪਣੇ ਪਰਿਵਾਰ ਨੂੰ ਪਾਲਣ ਤੇ ਧਿਆਨ ਦਿੱਤਾ। ਆਪਣੇ ਪਰਿਵਾਰ ਦੇ ਨਾਲ ਜੀਵਨ ਨੂੰ ਅੱਗੇ ਵਧਾਉਂਦੇ ਹੋਏ, ਜਿਸ ਵਿੱਚ 2 ਬੱਚੇ, 4 ਪੋਤੇ ਪੋਤੀਆਂ ਅਤੇ 9 ਪੜਪੋਤੇ ਸ਼ਾਮਲ ਹਨ। ਗਿਨੀ ਹਿਸਲੋਪ ਨੇ ਦਹਾਕਿਆਂ ਤੱਕ ਵਾਸ਼ਿੰਗਟਨ ਰਾਜ ਵਿੱਚ ਸਕੂਲ ਅਤੇ ਕਾਲਜ ਬੋਰਡਾਂ ਵਿੱਚ ਵੀ ਸੇਵਾ ਕੀਤੀ। ਇਸ ਦੌਰਾਨ ਸਟੈਨਫੋਰਡ ਨੇ ਆਪਣੀ ਥੀਸਿਸ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਅਤੇ ਗਿਨੀ ਹਿਸਲੋਪ ਅੰਤ ਵਿੱਚ ਗ੍ਰੈਜੂਏਟ ਹੋਣ ਲਈ ਸਕੂਲ ਵਾਪਸ ਆ ਗਏ। ਜੂਨ 16 ਐਤਵਾਰ ਨੂੰ ਉਸਨੇ ਮਾਸਟਰ ਆਫ ਆਰਟਸ ਦੀ ਡਿਗਰੀ ਹਾਸਲ ਕੀਤੀ, ਜਦੋਂ ਉਸਨੂੰ GSC ਡੀਨ ਡੈਨੀਅਲ ਸਵਾਰਟਸ ਦੁਆਰਾ ਆਪਣਾ ਡਿਪਲੋਮਾ ਸੌਂਪਿਆ ਗਿਆ ਤਾਂ ਗਿਨੀ ਹਿਸਲੋਪ ਨੇ ਕਿਹਾ, हे ਭਗਵਾਨ, ਮੈਂ ਇਸ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਹੈ। ਬੁੱਧਵਾਰ ਨੂੰ ਪ੍ਰਸਾਰਿਤ ਇੱਕ ਇੰਟਰਵਿਊ ਵਿੱਚ ਉਸਨੇ ਕਿਹਾ ਕਿ ਗੁੱਡ ਮਾਰਨਿੰਗ ਅਮਰੀਕਾ ਨਾਲ ਗੱਲ ਕਰਦੇ ਹੋਏ ਗਿਨੀ ਹਿਸਲੋਪ ਨੇ ਦੱਸਿਆ ਕਿ ਉਹ ਇਸ ਉਪਲਬਧੀ ਨੂੰ ਹਾਸਲ ਕਰਨ ਲਈ ਲੰਬੇ ਸਮੇਂ ਤੋਂ ਉਡੀਕ ਕਰ ਰਹੀ ਸੀ। ਸਥਾਨਕ ਮੀਡੀਆ ਨੇ ਦੱਸਿਆ ਕਿ ਰੂਸ ਦੇ ਸੁਦੂਰ ਪੂਰਬ ਦੇ ਅਮੂਰ ਖੇਤਰ 'ਚ ਰਾਬਿਨਸਨ ਔਰ
66 ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਹਾਦਸੇ 'ਚ ਹੈਲੀਕਾਪਟਰ 'ਚ ਸਵਾਰ ਇੱਕ ਪਾਇਲਟ ਅਤੇ 3 ਯਾਤਰੀਆਂ ਦੀ ਮੌਤ ਹੋ ਗਈ ਹੈ। TASS ਸਮਾਚਾਰ ਏਜੰਸੀ ਨੇ ਅਮੂਲ ਸੈਂਟਰ ਫॉर ਸਿਵਲ ਪ੍ਰੋਟੈਕਸ਼ਨ ਐਂਡ ਫਾਇਰ ਸੇਫਟੀ ਦੀ ਪ੍ਰੈਸ ਸੇਵਾ ਦੇ ਹਵਾਲੇ ਤੋਂ ਇਹ ਦੱਸਿਆ। ਹੈਲੀਕਾਪਟਰ ਨੇ ਕੱਲ ਜ਼ਿਆ ਤੋਂ ਟਿੰਡਾ ਜ਼ਿਲ੍ਹੇ ਲਈ ਉਡਾਨ ਭਰੀ ਸੀ, ਪਰ ਉਸ ਨਾਲ ਸੰਪਰਕ ਟੁੱਟ ਗਿਆ ਸੀ। ਬਚਾਅ ਕਰਮੀਆਂ ਨੇ ਹੈਲੀਕਾਪਟਰ ਨੂੰ ਲੱਭ ਲਿਆ। ਸਾਰੇ 4 ਲੋਕਾਂ ਦੀ ਮੌਤ ਹੋ ਗਈ ਹੈ। रूस यूक्रेन जंग दरमियान रूसी फौज विच भर्ती किए 10 भारतीय नागरिकों को रिहा करन मगरों वापस भारत भेज दिता गया। यह दावा भारतीय विदेश मंत्रालय ने किया है। सरकार ने 11 जून को कहा सी कि 2 भारतीय नागरिक जिन्हों जबरी रूसी फौज विच भर्ती करके यूक्रेन दे नाल लगदी सरहद ते जंगी मोर्चियां ते भेजा गया सी दी मौत हो गई सी। नवी दिल्ली ने उदों रूसी राजदूत कोल यह मसला जोरदार ढंग दे नाल रखदियां रूसी फौज विच भर्ती किए सारे भारतीय नागरिकों को वापस भेजण दी मांग की सी। नवी दिल्ली ने रूस विच रोजगार के मौकों की पाल कर रहे अपने नागरिकों को चौकस रहने की अपील की है। विदेश मंत्रालय ने तर्जमान रणधीर जायसवाल ने पत्रकारों के नाल गलबात करदिया कहा कि असीं नवी दिल्ली ते मास्को विच रूसी अथॉरिटीज़ के संपर्क विच सी ताकि रूसी फौज लई काम कर रहे भारतीयों को रिहा करवा के जल्दी तो जल्दी वापस भारत लिया जा सके। दक्षिणी कोरिया की फौज ने उत्तरी कोरिया के फौजी मुड़ सरहद पार करके उसके खेतर में आ गए, जिस तो बाद दक्षिणी कोरियाई फौजियों ने चेतावनी वजों गोलीबारी की। इस महीने तीजी बार उत्तरी कोरिया के फौजियों ने जमीनी सरहद पार की है। दक्षिणी कोरिया के ज्वाइंट चीफ ऑफ स्टाफ ने कहा कि उत्तरी कोरिया के कई फौजी सरहद के उत्तरी हिस्से च अणपछाते निर्माण कार्य लगे हुए हैं। सीनेट ने विदेशी दखल ਨੂੰ ਰੋਕਣ, ਜਾਂਚ ਕਰਨ ਅਤੇ ਦੰਡਿਤ ਕਰਨ ਵਿੱਚ ਮਦਦ ਕਰਨ ਦੇ ਉਦੇਸ਼ ਨਾਲ ਇੱਕ ਸਰਕਾਰੀ ਬਿੱਲ ਪਾਸ ਕੀਤਾ ਹੈ। ਸੀਨੇਟਰਾਂ ਨੇ ਦੇਰ ਰਾਤ ਇੱਕ ਪ੍ਰਸਤਾਵਿਤ ਸੋਧ ਨੂੰ ਵੋਟ ਦੇਣ ਤੋਂ ਬਾਅਦ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦਾ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਨਿਰਦੋਸ਼ ਲੋਕ ਇਸ ਦੇ ਜਾਲ ਵਿੱਚ ਨਾ ਫਸਣ। ਇਹ ਬਿੱਲ ਜਿਸ ਨੂੰ ਸ਼ਾਹੀ ਮਨਜ਼ੂਰੀ ਦਾ ਇੰਤਜ਼ਾਰ ਹੈ, ਚਾਲਬਾਜ਼ ਜਾਂ ਗੁਪਤ ਗਤੀਵਿਧੀਆਂ ਖਿਲਾਫ ਅਪਰਾਧਿਕ ਵਿਵਸਥਾ ਪੇਸ਼ ਕਰੇਗਾ, ਕਾਰੋਬਾਰਾਂ ਦੇ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝਾ ਕਰਨ ਦੀ ਆਗਿਆ ਦੇਵੇਗਾ ਅਤੇ ਇੱਕ ਵਿਦੇਸ਼ੀ ਪ੍ਰਭਾਵ ਪਾਰਦਰਸ਼ਿਤਾ ਰਜਿਸਟਰੀ ਸਥਾਪਿਤ ਕਰੇਗਾ। ਬਿੱਲ ਵਿੱਚ ਮਾਨਤਾ ਦਿੱਤੀ ਗਈ ਹੈ ਕਿ ਰਾਜ ਅਤੇ ਹੋਰ ਵਿਦੇਸ਼ੀ ਸੰਸਥਾਵਾਂ ਜੋ ਰਾਜਨੀਤਿਕ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਦਖਲ ਕਰਦੀਆਂ ਹਨ, ਉਹ ਉਹਨਾਂ ਸਬੰਧਾਂ ਦਾ ਖੁਲਾਸਾ किते बिना अपने वालों काम करने लिए लोगों को नियुक्त कर सकदियां हन। ओंटारियो प्रोविजनल पुलिस ने कहा है कि वो उस ड्राइवर की तलाश कर रही है जिसने शुक्रवार सवेरे नॉर्थ यॉर्क विच ट्रैफिक स्टॉप दौरान एक अधिकारी उत्ते गोली चलाई सी। एक घटना लॉरेंस एवेन्यू अते एलन रोड के इलाके विच सवेरे करीब 3 बजे वापरी। पुलिस अनुसार अधिकारियों ने सब तो पहला एलन रोड कोल हाईवे 401 के पश्चिम वाल जाने वाली लेन विच एक सफेद SUV वाहन नूं वेख्या। जांचकर्तावां ने दस्सिया कि वाहन एलन रोड वाल दखन वाल जा रहा सी ਅਤੇ लॉरेंस एवेन्यू के हाईवे तो बाहर निकल गया। पुलिस ने कहा कि लॉरेंस एवेन्यू के ऑफ रैंप ते सज्जी लेन विच एक ट्रैफिक स्टॉप शुरू किया गया सी ਅਤੇ उस दौरान चालक SUV तो बाहर निकलिया ਅਤੇ पैदल ही इलाके विच भज्जण तो पहला अधिकारी वाल एक बंदूक तान लई। पुलिस ने कहा कि अधिकारी जख्मी नहीं होया ਅਤੇ शक्की नूं हुणे तक फड़िया नहीं गया। वीरवार देर रात स्कारबोरो विच हाईवे 401 ते 7 वाहनों की टक्कर तो बाद 3 लोगों को अस्पताल ले जाया गया, जिन्हां विचों एक गंभीर जख्मी है। एक घटना नीलसन रोड कोल हाईवे 401 ते पश्चिम वाल एक्सप्रैस लेन विच रात करीब 10:40 ते वापरी। टोरंटो पैरामैडिक सर्विसेज ने दस्सिया कि एक बालग नूं गंभीर रूप विच जख्मी होने ते अस्पताल ले जाया गया, जबकि 2 होरां नूं मामूली सट्टां लगियां हन। OPP सार्जेंट सामी नसर ने कहा है कि असीं हाले भी घटना के कारण का पता लगाने की कोशिश कर रहे हैं। उन्होंने कहा कि पहला ट्रैक्टर ट्रेलर का चालक लंबे समय तक फसिया रहा, जबकि उसनूं फायर कर्मियों ने बाहर नहीं कढ़िया ਅਤੇ अस्पताल नहीं ले जाया गया। घटना स्थान तो प्राप्त तस्वीरों में भयानक अग तो बाद सड़ी हुई फुटपाथ दिखाई दे रही है। हाईवे दे सारियां एक्सप्रैस लेन्स घंटिया तक बंद रही, पर सवेरे 7 बजे के आसपास फिर तो खुल गई। ब्रैम्पटन शहर ने पील खेतर ਲਈ वर्तमान हीट वार्निंग दौरान लोगों ਨੂੰ ਇਸ ਦੇ ਪ੍ਰਭਾਵਾਂ ਤੇ ਗਰਮੀ ਤੋਂ ਬਚਣ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਖੇਤਰੀ ਕਾਉਂਸਲਰ ਰੋਵੇਨਾ ਸੈਂਟੋਸ ਨੇ ਕਿਹਾ ਹੈ ਕਿ ਇਸ ਹੀਟ ਵਾਰਨਿੰਗ ਦੌਰਾਨ ਬ੍ਰੈਂਪਟਨ ਸ਼ਹਿਰ ਨਿਵਾਸੀਆਂ ਨੂੰ ਸੁਰੱਖਿਅਤ ਅਤੇ ਠੰਡਾ ਰੱਖਣ ਲਈ ਪ੍ਰਤੀਬੱਧ ਹੈ। ਅਸੀਂ ਸਿਟੀ ਹਾਲ, ਮਨੋਰੰਜਨ ਕੇਂਦਰਾਂ ਅਤੇ ਲਾਇਬ੍ਰੇਰੀਆਂ ਸਮੇਤ ਸਾਰੇ ਸਾਰਵਜਨਿਕ ਭਵਨਾਂ ਵਿੱਚ ਆਸਾਨ ਹੀਟ ਰਿਲੀਫ ਸਥਾਨ
ਪ੍ਰਦਾਨ ਕੀਤੇ ਹਨ। ਅਸੀਂ ਸਾਰਿਆਂ ਨੂੰ ਹਾਈਡਰੇਟ ਰਹਿਣ, ਧੁੱਪ ਤੋਂ ਬਚਣ ਅਤੇ ਅੰਦਰ ਰਹਿਣ, ਹਵਾਦਾਰ ਤੇ ਠੰਡੇ ਸਥਾਨਾਂ ਨੂੰ ਪਹਿਲ ਦੇਣ ਦੇ ਲਈ ਉਤਸ਼ਾਹਿਤ ਕਰਦੇ ਹਾਂ। ਕਮਜ਼ੋਰ ਦੋਸਤਾਂ ਅਤੇ ਪਰਿਵਾਰ ਦੀ ਜਾਂਚ ਕਰਨਾ, ਪਾਲਤੂ ਜਾਨਵਰਾਂ ਨੂੰ ਠੰਡਾ ਰੱਖਣਾ ਅਤੇ ਪਾਣੀ ਦੇ ਆਸ-ਪਾਸ ਚੌਕਸ ਰਹਿਣਾ ਯਾਦ ਰੱਖੋ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ, ਅਸੀਂ ਇਕੱਠੇ ਮਿਲ ਕੇ ਗਰਮੀ ਨੂੰ ਹਰਾ ਸਕਦੇ ਹਾਂ। ਉਹਨਾਂ ਨੇ ਸਟੇ ਸੇਫ ਬਰੈਂਪਟਨ ਕਿਹਾ। ਗਰਮੀ ਤੋਂ ਰਾਹਤ ਦੇਣ ਵਾਲੇ ਸਥਾਨ ਸਾਰਵਜਨਿਕ ਇਮਾਰਤਾਂ, ਜਿਨ੍ਹਾਂ ਵਿੱਚ ਸਿਟੀ ਹਾਲ, ਮਨੋਰੰਜਨ ਕੇਂਦਰ ਅਤੇ ਲਾਇਬ੍ਰੇਰੀ ਸ਼ਾਮਲ ਹਨ, ਗਰਮੀ ਤੋਂ ਰਾਹਤ ਲਈ ਰੈਗੂਲਰ ਕਾਰੋਬਾਰੀ ਘੰਟਿਆਂ ਦੌਰਾਨ ਉਪਲਬਧ ਹਨ। ਟੋਰਾਂਟੋ ਵਿੱਚ ਆਏ ਤੂਫਾਨ ਕਾਰਨ ਦਰੱਖਤ ਡਿੱਗ ਗਏ ਹਨ ਅਤੇ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਇਸ ਦੌਰਾਨ ਬਿਜਲੀ ਸਪਲਾਈ ਗੁੱਲ ਹੋ ਗਈ ਹੈ, ਜਿਸ ਤੋਂ ਬਾਅਦ ਸਫਾਈ ਕਰਨ ਵਾਲੇ ਕਰਮਚਾਰੀ ਮਸ਼ਰੂਫ ਹੋ ਗਏ ਹਨ। ਸ਼ਹਿਰ ਵਿੱਚ ਰਾਤ ਭਰ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਦੇ ਨਾਲ ਤੂਫਾਨ ਚੱਲਿਆ। ਟੋਰਾਂਟੋ ਹਾਈਡਰੋ ਦਾ ਕਹਿਣਾ ਹੈ ਕਿ ਰੋਜ਼ਡੇਲ ਖੇਤਰ ਵਿੱਚ ਕਰੀਬ 2000 ਉਪਭੋਗਤਾ ਬਿਜਲੀ ਤੋਂ ਬਿਨਾਂ ਪਰੇਸ਼ਾਨ ਰਹੇ ਅਤੇ ਸ਼ਹਿਰ ਦੇ ਆਸ-ਪਾਸ ਕਈ ਹੋਰ ਸਥਾਨਾਂ ਉੱਤੇ ਬਿਜਲੀ ਸਪਲਾਈ ਰੁਕੀ ਹੋਈ ਹੈ। ਗਾਰਡੀਅਨ ਐਕਸਪ੍ਰੈਸਵੇ ਤੇ ਪੱਛਮ ਵੱਲ ਜਾਣ ਵਾਲੇ ਘੱਟ ਤੋਂ ਘੱਟ ਇੱਕ ਚਾਲਕ ਨੂੰ ਸਾਊਥ ਕਿੰਗਸਵੇ ਕੋਲ ਫਾਇਰ ਬ੍ਰਿਗੇਡ ਕਰਮੀਆਂ ਵੱਲੋਂ ਬਚਾਇਆ ਗਿਆ, ਕਿਉਂਕਿ ਉਹਨਾਂ ਦਾ ਵਾਹਨ ਜ਼ਿਆਦਾ ਪਾਣੀ ਵਾਲੀ ਥਾਂ ਵਿੱਚ ਅੱਧਾ ਡੁੱਬ ਗਿਆ ਸੀ। ਫਾਇਰ ਕਰਮੀਆਂ ਵੱਲੋਂ ਸੀਵਰ ਦੀ ਜਾਲੀ ਨੂੰ ਖੋਲ੍ਹਣ ਤੋਂ ਬਾਅਦ ਪਾਣੀ ਕੱਢਿਆ ਗਿਆ। ਸ਼ਹਿਰ ਦੇ ਆਸ-ਪਾਸ ਕੁਝ ਸੜਕਾਂ ਤੇ ਦਰੱਖਤਾਂ ਦੀ ਟੁੱਟੀਆਂ ਹੋਈਆਂ ਟਹਿਣੀਆਂ ਖਿਲਰੀਆਂ ਹੋਈਆਂ ਹਨ। ਇਹ ਸਾਂਝੀ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜਨ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮੇਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।